ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨੀਲੂ ਹੈ। ਮੈਂ ਇੱਕ ਖਿਡੌਣੇ ਵੇਚਣ ਵਾਲੀ ਸੀ। ਮੈਂ ਬੱਚਿਆਂ ਦੇ ਖਿਡੌਣੇ ਵੇਚਦੀ ਸੀ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੁਝ ਗਲਤ ਕਰਨ ਬਾਰੇ ਨਹੀਂ ਸੋਚਿਆ। ਪਰ ਮੈਨੂੰ ਨਹੀਂ ਪਤਾ ਸੀ ਕਿ ਪੈਸੇ ਦੇ ਲਾਲਚ ਕਾਰਨ ਮੈਂ ਕਿਸੇ ਦਾ ਸ਼ਿਕਾਰ ਹੋ ਜਾਵਾਂਗੀ ਅਤੇ ਪਿੱਛੇ ਮੁੜਨਾ ਮੇਰੇ ਲਈ ਅਸੰਭਵ ਹੋਵੇਗਾ। ਅੱਧੀ ਰਾਤ ਨੂੰ ਮੇਰੇ ਮਾਲਕ ਨੇ ਮੇਰੇ ਨਾਲ ਜੋ ਕੀਤਾ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਮੇਰੇ ਵਰਗੀ ਬਦਸੂਰਤ ਕੁੜੀ ਨੂੰ ਘਰ ਵਿੱਚ ਨੌਕਰਾਣੀ ਬਣਾ ਕੇ ਰੱਖਣ ਦੇ ਪਿੱਛੇ ਅਜਿਹਾ ਘਿਨਾਉਣਾ ਕਾਰਨ ਹੋ ਸਕਦਾ ਹੈ, ਮੈਂ ਸੋਚ ਵੀ ਨਹੀਂ ਸਕਦੀ ਸੀ। ਕੁਝ ਲੋਕ ਆਪਣੇ ਸਰੀਰ ਦੀ ਪਿਆਸ ਬੁਝਾਉਣ ਲਈ ਇਸ ਹੱਦ ਤੱਕ ਚਲੇ ਜਾਂਦੇ ਹਨ, ਉਹ ਸਹੀ ਅਤੇ ਗਲਤ ਦਾ ਫਰਕ ਵੀ ਭੁੱਲ ਜਾਂਦੇ ਹਨ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਜਦੋਂ ਮੈਂ ਆਪਣਾ ਇਮਾਨਦਾਰੀ ਵਾਲਾ ਕੰਮ ਛੱਡ ਕੇ ਕੁਝ ਪੈਸਿਆਂ ਦੇ ਲਾਲਚ ਵਿੱਚ ਇੱਕ ਅਮੀਰ ਅਤੇ ਸੁੰਦਰ ਆਦਮੀ ਦੇ ਘਰ ਨੌਕਰੀ ਕੀਤੀ ਅਤੇ ਮੇਰੇ ਲਈ ਇਹ ਸਭ ਕੁਝ ਤੁਹਾਨੂੰ ਦੱਸਣਾ ਬਹੁਤ ਮੁਸ਼ਕਿਲ ਹੈ ਜੋ ਉਸ ਆਦਮੀ ਨੇ ਆਪਣੀ ਇੱਛਾ ਪੂਰੀ ਕਰਨ ਲਈ ਮੇਰੇ ਨਾਲ ਕੀਤਾ। ਇਸ ਹਾਦਸੇ ਤੋਂ ਬਾਅਦ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਸੀ। ਮੈਂ 27 ਸਾਲਾਂ ਦੀ ਹਾਂ ਅਤੇ ਉੱਤਰ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹਾਂ। ਮੇਰਾ ਰੰਗ ਕਾਲਾ ਸੀ ਅਤੇ ਮੈਂ ਇੱਕ ਸਧਾਰਨ ਜਿਹੀ ਕੁੜੀ ਸੀ। ਮੈਂ 5ਵੀਂ ਜਮਾਤ ਤੱਕ ਹੀ ਪੜ੍ਹੀ ਸੀ। ਮੇਰਾ ਵਿਆਹ ਇੱਕ ਆਦਮੀ ਨੇ ਆਪਣੀ ਇੱਛਾ ਪੂਰੀ ਕਰਨ ਲਈ ਮੇਰੇ ਨਾਲ ਕੀਤਾ। ਇਸ ਹਾਦਸੇ ਤੋਂ ਬਾਅਦ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਸੀ। ਮੇਰਾ ਵਿਆਹ ਇੱਕ ਅਜਿਹੇ ਆਦਮੀ ਨਾਲ ਹੋਇਆ ਸੀ ਜੋ ਸ਼ਰਾਬ ਪੀਂਦਾ ਸੀ ਅਤੇ ਕੋਈ ਕੰਮ ਵੀ ਨਹੀਂ ਕਰਦਾ ਸੀ। ਉਸ ਨੇ ਸ਼ਰਾਬ ਦੀ ਲੱਤ ਕਾਰਨ ਮੇਰੇ ਸਾਰੇ ਗਹਿਣੇ ਵੀ ਵੇਚ ਦਿੱਤੇ ਸਨ। ਮੇਰੇ ਮਾਤਾ ਪਿਤਾ ਨੇ ਬਹੁਤ ਛੋਟੀ ਉਮਰ ਵਿੱਚ ਮੇਰਾ ਵਿਆਹ ਕਰਵਾ ਦਿੱਤਾ ਸੀ। ਮੇਰੇ ਵਿਆਹ ਨੂੰ 8 ਸਾਲ ਹੋ ਗਏ ਸਨ ਅਤੇ ਮੈਂ ਇਨ੍ਹਾਂ ਮਾੜੇ ਹਾਲਾਤਾਂ ਤੋਂ ਬਹੁਤ ਤੰਗ ਆ ਚੁੱਕੀ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਗਰੀਬੀ ਹੀ ਵੇਖੀ ਸੀ। ਜਦੋਂ ਮੇਰਾ ਵਿਆਹ ਹੋਇਆ ਤਾਂ ਸਹੁਰੇ ਘਰ ਵੀ ਗਰੀਬੀ ਹੀ ਸੀ। ਪਤੀ ਵੀ ਅਜਿਹਾ ਨਹੀਂ ਸੀ ਜੋ ਮਿਹਨਤ ਨਾਲ ਕਮਾ ਕੇ ਕੁਝ ਜੋੜ ਸਕੇ। ਮੇਰਾ ਪਤੀ ਸਾਰਾ ਦਿਨ ਸ਼ਰਾਬ ਦੇ ਨਸ਼ੇ ਵਿੱਚ ਰਹਿੰਦਾ ਸੀ ਅਤੇ ਮੇਰੀ ਇੱਕ 5 ਸਾਲਾਂ ਦੀ ਧੀ ਸੀ ਅਤੇ ਮੇਰੇ ਪਤੀ ਦੀ ਇੱਕ ਵਿਧਵਾ ਭੈਣ ਸੀ। ਉਸ ਦੇ ਪਤੀ ਦੀ ਮੌਤ ਹੋ ਗਈ ਸੀ, ਇਸ ਲਈ ਉਹ ਵੀ ਸਾਡੇ ਘਰ ਹੀ ਰਹਿੰਦੀ ਸੀ। ਮੈਨੂੰ ਹਮੇਸ਼ਾ ਆਪਣੀ ਧੀ ਦੇ ਭਵਿੱਖ ਦੀ ਚਿੰਤਾ ਰਹਿੰਦੀ ਸੀ। ਇਸੇ ਲਈ ਜਦੋਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪੈਸੇ ਦੀ ਸਮੱਸਿਆ ਆਈ ਤਾਂ ਇਸ ਲਈ ਮੈਂ ਆਪਣੀ ਧੀ ਅਤੇ ਵਿਧਵਾ ਨਣਦ ਨਾਲ ਦਿੱਲੀ ਸ਼ਹਿਰ ਆ ਗਈ। ਮੈਂ ਸੁਣਿਆ ਸੀ ਕਿ ਦਿੱਲੀ ਵਿੱਚ ਰੁਜ਼ਗਾਰ ਦੇ ਚੰਗੇ ਮੌਕੇ ਉਪਲਬਧ ਹਨ। ਮੈਂ ਵੀ ਇਹ ਸੋਚ ਕੇ ਦਿੱਲੀ ਆ ਗਈ ਕਿ ਕੁਝ ਪੈਸੇ ਕਮਾ ਕੇ ਆਪਣੀ ਧੀ ਨੂੰ ਚੰਗੀ ਸਿੱਖਿਆ ਦੇ ਸਕਾਂਗੀ। ਮੇਰਾ ਪਤੀ ਨਸ਼ੇ ਦੀ ਲੱਤ ਨਾਲ ਇੰਨਾ ਬੁਰੀ ਤਰ੍ਹਾਂ ਆਦੀ ਸੀ ਕਿ ਉਸ ਨੇ ਆਪਣੀ ਪਤਨੀ ਅਤੇ ਆਪਣੀ ਵਿਧਵਾ ਭੈਣ ਅਤੇ ਆਪਣੀ ਮਾਸੂਮ ਬੱਚੀ ਦੀ ਪਰਵਾਹ ਵੀ ਨਹੀਂ ਕੀਤੀ। ਮੈਂ ਆਪਣੇ ਪਤੀ ਨੂੰ ਪਿੰਡ ਹੀ ਛੱਡ ਗਈ ਸੀ ਕਿਉਂਕਿ ਮੈਂ ਪਿੰਡ ਰਹਿ ਕੇ ਕੁਝ ਨਹੀਂ ਕਰ ਸਕਦੀ ਸੀ। ਜਦੋਂ ਮੈਂ ਦਿੱਲੀ ਆਈ ਤਾਂ ਮੈਨੂੰ ਕੋਈ ਕੰਮ ਸਮਝ ਨਹੀਂ ਆ ਰਿਹਾ ਸੀ। ਮੇਰੇ ਕੋਲ ਕਰੀਬ 5000 ਰੁਪਏ ਸਨ ਜੋ ਮੈਂ ਪਿੰਡ ਤੋਂ ਲਿਆਈ ਸੀ। ਮੈਂ ਉਸ ਪੈਸਿਆਂ ਨਾਲ ਖਿਡੌਣੇ ਖਰੀਦੇ, ਟੋਕਰੀ ਵਿੱਚ ਪਾ ਲਏ ਅਤੇ ਸੜਕ ਕਿਨਾਰੇ ਬੈਠ ਕੇ ਵੇਚਣ ਲੱਗ ਪਈ। ਮੈਂ ਬਾਜ਼ਾਰ ਦੇ ਵਿਚਕਾਰ ਬੈਠ ਜਾਂਦੀ ਸੀ ਜਿੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੁੰਦੀ ਸੀ। ਮੈਂ ਉੱਥੇ ਖਿਡੌਣੇ ਵੇਚ ਕੇ ਥੋੜ੍ਹਾ ਮੁਨਾਫਾ ਕਮਾਇਆ ਅਤੇ ਮੈਂ ਆਪਣਾ ਕੰਮ ਜਾਰੀ ਰੱਖਿਆ। ਮੇਰੀ ਨਣਦ ਦੀ ਇੱਕ ਸਹੇਲੀ ਦਿੱਲੀ ਵਿੱਚ ਰਹਿੰਦੀ ਸੀ। ਅਸੀਂ ਕੁਝ ਦਿਨ ਉਸ ਦੇ ਘਰ ਰਹੇ। ਮੇਰੀ ਨਣਦ ਮੇਰੀ ਧੀ ਦੀ ਦੇਖਭਾਲ ਕਰਦੀ ਸੀ ਅਤੇ ਮੈਂ ਸਵੇਰੇ ਖਿਡੌਣੇ ਵੇਚਣ ਲਈ ਘਰੋਂ ਨਿਕਲ ਜਾਂਦੀ ਸੀ। ਅਸੀਂ ਸੋਚਿਆ ਸੀ ਕਿ ਜਿਵੇਂ ਹੀ ਸਾਨੂੰ ਕੁਝ ਪੈਸੇ ਬਚਣ ਲੱਗੇ ਅਸੀਂ ਉਹਨਾਂ ਦੇ ਘਰੋਂ ਬਾਹਰ ਚਲੇ ਜਾਵਾਂਗੇ ਅਤੇ ਕਿਰਾਏ 'ਤੇ ਮਕਾਨ ਲੱਭ ਲਵਾਂਗੇ। ਮੈਂ ਬਾਜ਼ਾਰ ਤੋਂ ਖਿਡੌਣੇ ਖਰੀਦਦੀ ਸੀ ਅਤੇ ਖਰੀਦ ਮੁੱਲ ਨਾਲੋਂ 15-20 ਰੁਪਏ ਵੱਧ ਵੇਚਦੀ ਸੀ। ਮੇਰੇ ਖਿਡੌਣੇ ਦਿੱਲੀ ਦੇ ਬਾਜ਼ਾਰ ਵਿੱਚ ਚੰਗੀ ਤਰ੍ਹਾਂ ਵਿਕਦੇ ਸਨ ਅਤੇ ਮੈਨੂੰ ਉੱਥੇ ਮੁਨਾਫਾ ਵੀ ਚੰਗਾ ਸੀ। ਇੱਕ ਦਿਨ ਅਚਾਨਕ ਮੈਂ ਕਲੋਨੀ ਦੇ ਸਾਹਮਣੇ ਬੈਠ ਗਈ ਅਤੇ ਖਿਡੌਣੇ ਵੇਚਣ ਲੱਗੀ। ਕਲੋਨੀ ਦੇ ਨੇੜੇ ਇੱਕ ਵੱਡਾ ਪਾਰਕ ਸੀ ਜਿੱਥੇ ਕਈ ਬੱਚੇ ਖੇਡ ਰਹੇ ਸਨ। ਕਈ ਵਾਰ ਮੈਂ ਵੱਖ-ਵੱਖ ਸਕੂਲਾਂ ਦੇ ਬਾਹਰ ਖਿਡੌਣੇ ਵੇਚਣ ਜਾਂਦੀ ਸੀ। ਹੌਲੀ-ਹੌਲੀ ਮੇਰਾ ਮੁਨਾਫਾ ਵੱਧ ਰਿਹਾ ਸੀ। ਕਦੇ ਸਕੂਲ ਦੇ ਸਾਹਮਣੇ, ਕਦੇ ਕਲੋਨੀ ਦੇ ਸਾਹਮਣੇ ਅਤੇ ਕਦੇ ਬਾਜ਼ਾਰ ਦੇ ਵਿੱਚ ਬੈਠ ਜਾਂਦੀ ਸੀ। ਮੇਰੇ ਖਿਡੌਣੇ ਕਲੋਨੀ ਅਤੇ ਬਾਜ਼ਾਰ ਵਿੱਚ ਜ਼ਿਆਦਾ ਵਿਕਦੇ ਸਨ। ਮੈਂ ਰੋਜ਼ ਸਵੇਰੇ ਬਾਜ਼ਾਰ ਅਤੇ ਸ਼ਾਮ ਨੂੰ ਬਸਤੀ ਦੇ ਸਾਹਮਣੇ ਖਿਡੌਣੇ ਵੇਚਦੀ ਸੀ। ਇੱਕ ਦਿਨ ਸ਼ਾਮ ਨੂੰ ਮੈਂ ਆਪਣੇ ਖਿਡੌਣੇ ਵੇਚਣ ਵਿੱਚ ਰੁੱਝੀ ਹੋਈ ਸੀ ਜਦੋਂ ਇੱਕ ਵੱਡੇ ਘਰ ਦੇ ਅੰਦਰੋਂ ਇੱਕ ਸੁੰਦਰ ਆਦਮੀ ਬਾਹਰ ਆਇਆ ਅਤੇ ਉਸ ਦੇ ਕੋਲ ਇੱਕ 4 ਸਾਲ ਦਾ ਬੱਚਾ ਵੀ ਸੀ। ਉਸ ਨੇ ਆਪਣੇ ਪੁੱਤਰ ਲਈ ਮੇਰੇ ਤੋਂ ਬਹੁਤ ਸਾਰੇ ਖਿਡੌਣੇ ਖਰੀਦੇ ਪਰ ਉਸ ਆਦਮੀ ਦੀ ਨਜ਼ਰ ਲਗਾਤਾਰ ਮੇਰੇ 'ਤੇ ਹੀ ਸੀ। ਪਤਾ ਨਹੀਂ ਮੈਂ ਉਸ ਦੀਆਂ ਅੱਖਾਂ ਵਿੱਚ ਅਜਿਹਾ ਕੀ ਸੀ ਕਿ ਮੈਂ ਉਲਝਣ ਮਹਿਸੂਸ ਕਰ ਰਹੀ ਸੀ। ਖਿਡੌਣੇ ਲੈਣ ਤੋਂ ਬਾਅਦ ਜਿਵੇਂ ਹੀ ਉਸ ਨੇ ਮੈਨੂੰ ਪੈਸੇ ਦਿੱਤੇ ਉਸ ਦਾ ਸਖਤ ਹੱਥ ਮੈਨੂੰ ਛੂਹ ਗਿਆ।
ਤੇ ਮੇਰੇ ਰੌਂਗਟੇ ਖੜੇ ਹੋ ਗਏ। ਹੁਣ ਤੱਕ ਮੈਂ ਜਿੰਨੇ ਵੀ ਮਰਦਾਂ ਤੋਂ ਪੈਸੇ ਲਏ ਸਨ, ਉਹ ਆਪ ਵੀ ਇਸ ਗੱਲ ਦਾ ਧਿਆਨ ਰੱਖ ਕੇ ਪੈਸੇ ਦਿੰਦੇ ਕਿ ਉਹਨਾਂ ਦਾ ਹੱਥ ਮੇਰੇ ਹੱਥ ਨਾਲ ਲੱਗੇ, ਅਤੇ ਮੈਂ ਵੀ ਇਸ ਤਰ੍ਹਾਂ ਹੀ ਪੈਸੇ ਲੈਂਦੀ ਸੀ। ਪਰ ਇਸ ਆਦਮੀ ਦਾ ਹੱਥ ਮੈਨੂੰ ਛੂਹ ਗਿਆ। ਜਦੋਂ ਮੇਰਾ ਹੱਥ ਟਕਰਾਇਆ ਤਾਂ ਮੈਨੂੰ ਲੱਗਾ ਕਿ ਸ਼ਾਇਦ ਉਸਨੇ ਜਾਣਬੁੱਝ ਕੇ ਅਜਿਹਾ ਕੀਤਾ ਹੈ। ਉਸਨੇ ਮੈਨੂੰ ਇੱਕ ਅਜੀਬ ਜਿਹੀ ਮੁਸਕਰਾਹਟ ਦਿੱਤੀ ਅਤੇ ਆਪਣੇ ਘਰ ਦੇ ਅੰਦਰ ਵਾਪਸ ਚਲਾ ਗਿਆ। ਜਦੋਂ ਮੈਂ ਪੈਸਿਆਂ ਵੱਲ ਵੇਖਿਆ ਤਾਂ ਉਹ ਮੈਨੂੰ ਬਹੁਤ ਜ਼ਿਆਦਾ ਪੈਸੇ ਦੇ ਗਿਆ ਸੀ। ਇਸ ਨੇ ਮੈਨੂੰ ਹੋਰ ਵੀ ਹੈਰਾਨ ਕਰ ਦਿੱਤਾ। ਫਿਰ ਮੈਂ ਸੋਚਿਆ ਕਿ ਸ਼ਾਇਦ ਉਹ ਕਿਸੇ ਵੱਡੇ ਘਰਾਣੇ ਤੋਂ ਹੈ ਤੇ ਅਮੀਰ ਵੀ ਹੈ, ਇਸ ਲਈ ਉਸਨੇ ਜ਼ਿਆਦਾ ਪੈਸੇ ਦਿੱਤੇ ਹਨ। ਆਪਣੇ ਸਮੇਂ ਅਨੁਸਾਰ ਮੈਂ ਆਪਣੀ ਨਣਦ ਦੀ ਦੋਸਤ ਦੇ ਘਰ ਵਾਪਸ ਆ ਗਈ। ਕੁਝ ਦਿਨਾਂ ਬਾਅਦ ਅਸੀਂ ਕਿਰਾਏ 'ਤੇ ਮਕਾਨ ਲੈ ਲਿਆ। ਘਰ ਛੋਟਾ ਸੀ ਪਰ ਸਾਡੇ ਦੋਵਾਂ ਲਈ ਕਾਫੀ ਸੀ, ਤੇ ਮੇਰੀ ਧੀ ਅਜੇ ਛੋਟੀ ਹੀ ਸੀ। ਤੇ ਹੁਣ ਮੈਂ ਆਪਣੀ ਟੋਕਰੀ ਲੈ ਕੇ ਆਪਣੇ ਕਿਰਾਏ ਦੇ ਘਰ ਚਲੀ ਜਾਂਦੀ ਸੀ, ਤੇ ਰਸਤੇ ਵਿੱਚ ਜਾਂਦੇ ਸਮੇਂ ਮੈਂ ਤਿੰਨਾਂ ਲਈ ਖਾਣਾ ਲੈ ਕੇ ਜਾਂਦੀ ਸੀ, ਕਿਉਂਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਰਾਸ਼ਨ ਲਿਆ ਕੇ ਰੱਖ ਸਕਦੇ। ਪਰ ਥੋੜ੍ਹਾ ਜਿਹਾ ਜ਼ਰੂਰੀ ਸਮਾਨ ਆਪਣੇ ਕੋਲ ਰੱਖ ਲਿਆ ਸੀ। ਅਸੀਂ ਖਾਣਾ ਬਾਜ਼ਾਰ ਤੋਂ ਲਿਆਉਂਦੇ ਸੀ ਤੇ ਸਵੇਰ ਦੀ ਚਾਹ ਘਰ ਹੀ ਬਣਾ ਲੈਂਦੇ ਸੀ। ਮੇਰੀ ਧੀ ਸਾਰਾ ਦਿਨ ਮੇਰੀ ਨਣਦ ਕੋਲ ਰਹਿੰਦੀ ਸੀ। ਜਦੋਂ ਮੈਂ ਰਾਤ ਦਾ ਖਾਣਾ ਖਾ ਕੇ ਸੌਣ ਲਈ ਲੇਟੀ ਤਾਂ ਮੈਨੂੰ ਉਸ ਆਦਮੀ ਦਾ ਚਿਹਰਾ ਯਾਦ ਆ ਰਿਹਾ ਸੀ। ਉਹ ਦੇਖਣ 'ਚ ਬਹੁਤ ਸਮਾਰਟ ਸੀ ਅਤੇ ਉਸ ਦਾ ਸਟਾਈਲ ਵੀ ਬਿਲਕੁਲ ਵੱਖਰਾ ਹੀ ਸੀ। ਪਰ ਪਤਾ ਨਹੀਂ ਕਿਉਂ ਪਹਿਲੀ ਵਾਰ ਮੈਂ ਆਪਣੇ ਪਤੀ ਬਾਰੇ ਨਹੀਂ, ਸਗੋਂ ਉਸ ਅਣਜਾਣ ਆਦਮੀ ਬਾਰੇ ਸੋਚਦਿਆਂ ਸੌਂ ਗਈ। ਅਗਲੇ ਦਿਨ ਮੈਂ ਫਿਰ ਆਪਣੇ ਖਿਡੌਣਿਆਂ ਨਾਲ ਉਸ ਕਲੋਨੀ ਵਿੱਚ ਪਹੁੰਚ ਗਈ। ਮੈਨੂੰ ਪਹੁੰਚੇ ਬਹੁਤਾ ਸਮਾਂ ਨਹੀਂ ਹੋਇਆ ਸੀ, ਜਦੋਂ ਹੀ ਮੈਂ ਆਵਾਜ਼ ਮਾਰੀ, ਮੇਰੀ ਪਹਿਲੀ ਆਵਾਜ਼ 'ਤੇ ਹੀ ਉਹ ਆਦਮੀ ਦੁਬਾਰਾ ਖਿਡੌਣੇ ਲੈਣ ਆਇਆ। ਮੈਨੂੰ ਲੱਗਾ ਜਿਵੇਂ ਉਹ ਮੇਰਾ ਹੀ ਇੰਤਜ਼ਾਰ ਕਰ ਰਿਹਾ ਹੋਵੇ। ਅੱਜ ਵੀ ਉਹ ਮੇਰੇ ਚਿਹਰੇ ਵੱਲ ਵੇਖ ਕੇ ਖਿਡੌਣੇ ਖਰੀਦ ਰਿਹਾ ਸੀ, ਤੇ ਉਸ ਦਾ ਧਿਆਨ ਖਿਡੌਣਿਆਂ ਨਾਲੋਂ ਵੱਧ ਮੇਰੇ ਵੱਲ ਸੀ। ਸ਼ਾਇਦ ਮੈਂ ਸੁੰਦਰ ਸੀ। ਮੈਨੂੰ ਅੱਜ ਇਹ ਅਹਿਸਾਸ ਹੋ ਰਿਹਾ ਸੀ। ਮੈਂ ਨਾ ਜ਼ਿਆਦਾ ਮੋਟੀ ਸੀ ਤੇ ਨਾ ਹੀ ਬਹੁਤੀ ਪਤਲੀ। ਜਿਵੇਂ ਹੀ ਉਸ ਆਦਮੀ ਨੇ ਖਿਡੌਣੇ ਖਰੀਦ ਕੇ ਮੈਨੂੰ ਪੈਸੇ ਦਿੱਤੇ ਤਾਂ ਮੈਂ ਥੋੜ੍ਹਾ ਸੁਚੇਤ ਹੋ ਗਈ। ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਕੀ ਉਸ ਦਿਨ ਗਲਤੀ ਨਾਲ ਉਸ ਦਾ ਹੱਥ ਲੱਗ ਗਿਆ ਸੀ ਜਾਂ ਉਸਨੇ ਅਜਿਹਾ ਜਾਣਬੁੱਝ ਕੇ ਕੀਤਾ ਸੀ। ਤੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪੈਸੇ ਦੇਣ ਸਮੇਂ ਉਸਨੇ ਜਾਣਬੁੱਝ ਕੇ ਮੇਰੇ ਹੱਥ ਨੂੰ ਪੂਰੀ ਤਰ੍ਹਾਂ ਛੂਹ ਲਿਆ। ਮੈਨੂੰ ਪਤਾ ਸੀ ਕਿ ਇਹ ਕੋਈ ਗਲਤੀ ਨਹੀਂ ਹੈ, ਸਗੋਂ ਉਹ ਇਹ ਜਾਣਬੁੱਝ ਕੇ ਕਰ ਰਿਹਾ ਸੀ। ਮੈਂ ਘਬਰਾ ਗਈ ਸੀ, ਕਿਉਂਕਿ ਅਜਿਹਾ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੋ ਰਿਹਾ ਸੀ। ਅੱਜ ਤੱਕ ਮੈਂ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਮਰਦ ਦੀ ਛੋਹ ਮਹਿਸੂਸ ਨਹੀਂ ਕੀਤੀ ਸੀ। ਮੇਰੇ ਪਿੰਡ ਵਿੱਚ ਮੈਂ ਕਦੇ ਘਰੋਂ ਬਾਹਰ ਨਹੀਂ ਨਿਕਲੀ ਸੀ, ਕਦੇ ਕਿਸੇ ਅਜਨਬੀ ਦੇ ਸਾਹਮਣੇ ਆਪਣਾ ਪਰਦਾ ਵੀ ਨਹੀਂ ਚੁੱਕਿਆ ਸੀ। ਪਰ ਇੱਥੇ ਸ਼ਹਿਰ ਵਿੱਚ ਅਜਿਹਾ ਕੋਈ ਰਿਵਾਜ ਨਹੀਂ ਸੀ, ਇਸ ਲਈ ਮੈਂ ਇੱਥੇ ਪਰਦਾ ਨਹੀਂ ਕਰਦੀ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਥੇ ਦੀਆਂ ਔਰਤਾਂ ਕਿੰਨੀਆਂ ਆਜ਼ਾਦ ਸੋਚ ਵਾਲੀਆਂ ਹਨ। ਇੱਥੇ ਆ ਕੇ ਹੀ ਮੈਨੂੰ ਇਹ ਸਭ ਪਤਾ ਲੱਗਾ। ਉਹ ਆਦਮੀ ਹੁਣ ਵਾਪਸ ਚਲਾ ਗਿਆ ਸੀ, ਪਰ ਮੇਰਾ ਸਾਰਾ ਧਿਆਨ ਅਜੇ ਵੀ ਉਸ ਵੱਲ ਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜੇ ਉਹ ਇੰਨੇ ਵੱਡੇ ਘਰ ਦਾ ਮਾਲਕ ਹੈ ਤਾਂ ਮੇਰੇ ਨਾਲ ਅਜਿਹੀ ਹਰਕਤ ਕਿਉਂ ਕਰ ਰਿਹਾ ਹੈ। ਮੇਰਾ ਰੁਤਬਾ ਉਸ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਉਸਨੇ ਦੁਬਾਰਾ ਮੈਨੂੰ ਹੋਰ ਪੈਸੇ ਦਿੱਤੇ ਤੇ ਇਹ ਇੰਨੇ ਸਨ ਕਿ ਮੈਂ ਇਹਨੂੰ ਦੇਖ ਕੇ ਖੁਸ਼ ਹੋ ਗਈ। ਪਰ ਉਸ ਦੀ ਦਰਿਆਦਿਲੀ ਦਾ ਇਹ ਸਿਲਸਿਲਾ ਮੈਨੂੰ ਸਮਝ ਨਹੀਂ ਆ ਰਿਹਾ ਸੀ। ਅਗਲੇ ਦਿਨ ਉਹ ਫਿਰ ਆਇਆ ਤੇ ਇਸ ਵਾਰ ਮੇਰੇ ਹੱਥ ਨੂੰ ਛੂਹਣ ਤੋਂ ਬਾਅਦ ਉਹ ਵਾਪਸ ਜਾਣ ਦੀ ਬਜਾਏ ਮੇਰੇ ਨਾਲ ਗੱਲ ਕਰਨ ਲੱਗਾ। ਉਹ ਮੈਨੂੰ ਮੇਰੇ ਬਾਰੇ ਪੁੱਛ ਰਿਹਾ ਸੀ। ਮੈਂ ਉਸਨੂੰ ਸਭ ਕੁਝ ਸੱਚ ਦੱਸ ਦਿੱਤਾ। ਉਹ ਆਪ ਹੀ ਮੈਨੂੰ ਦੱਸਣ ਲੱਗਾ ਕਿ ਮੇਰਾ ਨਾਮ ਅਨਿਲ ਹੈ। ਉਸਨੇ ਦੱਸਿਆ ਕਿ ਇਸ ਘਰ ਵਿੱਚ ਮੇਰੀ ਪਤਨੀ ਅਤੇ ਮੇਰਾ ਲੜਕਾ ਰਹਿੰਦੇ ਹਨ ਅਤੇ ਮੇਰੇ ਕੋਲ ਧਨ ਦੀ ਕੋਈ ਕਮੀ ਨਹੀਂ ਹੈ। ਮੈਨੂੰ ਸਿਰਫ ਇੱਕ ਚੰਗੀ ਨੌਕਰਾਣੀ ਦੀ ਲੋੜ ਹੈ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਕਿ ਉਹ ਵਿਆਹਿਆ ਹੋਇਆ ਸੀ, ਪਰ ਫਿਰ ਵੀ ਉਹ ਮੇਰੇ ਨਾਲ ਅਜਿਹਾ ਵਿਵਹਾਰ ਕਰ ਰਿਹਾ ਸੀ ਜਿਵੇਂ ਉਹ ਕੁਆਰਾ ਹੋਵੇ। ਕੁਝ ਦਿਨ ਇਸ ਤਰ੍ਹਾਂ ਚੱਲਦਾ ਰਿਹਾ। ਫਿਰ ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਨੀਲੂ, ਤੂੰ ਖਿਡੌਣੇ ਵੇਚਣ ਦਾ ਕੰਮ ਬੰਦ ਕਰਕੇ ਮੇਰੇ ਘਰ ਕੰਮ ਕਰਨ ਲੱਗ ਜਾ। ਮੈਂ ਤੁਹਾਨੂੰ ਵਧੀਆ ਤਨਖਾਹ ਦੇਵਾਂਗਾ ਅਤੇ ਤੁਹਾਨੂੰ ਇਸ ਤਰ੍ਹਾਂ ਜਗ੍ਹਾ ਜਗ੍ਹਾ ਭਟਕਣ ਤੋਂ ਵੀ ਛੁਟਕਾਰਾ ਮਿਲੇਗਾ। ਘਰ ਵਿੱਚ ਹੀ ਰਹਿਣ ਦੇ ਨਾਲ ਨਾਲ ਉਹ ਮੈਨੂੰ 40,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਪੇਸ਼ਕਸ਼ ਵੀ ਕਰ ਰਿਹਾ ਸੀ, ਜੋ ਕਿ ਮੇਰੇ ਲਈ ਬਹੁਤ ਵੱਡੀ ਰਕਮ ਸੀ। ਇੰਨੇ ਪੈਸਿਆਂ ਬਾਰੇ ਸੁਣ ਕੇ ਮੈਂ ਹੈਰਾਨ ਰਹਿ ਗਈ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਸ਼ਹਿਰ ਵਿੱਚ ਨੌਕਰਾਣੀ ਦੀ ਤਨਖਾਹ ਇੰਨੀ ਜ਼ਿਆਦਾ ਹੈ
ਤਾਂ ਮੈਂ ਪਹਿਲਾਂ ਹੀ ਕਿਸੇ ਵੀ ਘਰ ਵਿੱਚ ਨੌਕਰਾਨੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੰਦੀ। ਮੈਂ 3 ਮਹੀਨਿਆਂ ਵਿੱਚ ਵੀ ਇੰਨੇ ਪੈਸੇ ਨਹੀਂ ਕਮਾ ਸਕੀ ਸੀ। ਮੈਨੂੰ ਪੈਸਿਆਂ ਦੀ ਸਖਤ ਲੋੜ ਸੀ ਕਿਉਂਕਿ ਮੈਂ ਆਪਣੀ ਧੀ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ ਚਾਹੁੰਦੀ ਸੀ ਅਤੇ ਮੈਂ ਘਰ ਦਾ ਕਿਰਾਇਆ ਵੀ ਦੇਣਾ ਸੀ ਤੇ ਇਸ ਲਾਲਚ ਕਾਰਨ ਮੈਂ ਖਿਡੌਣੇ ਵੇਚਣ ਦਾ ਕੰਮ ਬੰਦ ਕਰ ਦਿੱਤਾ ਤੇ ਬਿਨਾਂ ਸੋਚੇ ਸਮਝੇ ਉਸ ਆਦਮੀ ਦੀ ਪੇਸ਼ਕਸ਼ ਸਵੀਕਾਰ ਕਰ ਲਈ। ਉਸ ਆਦਮੀ ਨੇ ਮੈਨੂੰ ਕਿਹਾ ਕਿ ਤੁਹਾਨੂੰ ਉਹੀ ਕੰਮ ਕਰਨਾ ਪਵੇਗਾ ਜੋ ਮੈਂ ਕਹਾਂਗਾ। ਮੈਂ ਸੋਚਿਆ ਕਿ ਨੌਕਰਾਣੀ ਦਾ ਕੰਮ ਘਰ ਸਾਫ਼ ਕਰਨਾ, ਭਾਂਡੇ ਧੋਣਾ ਤੇ ਰਸੋਈ ਵਿੱਚ ਖਾਣਾ ਬਣਾਉਣਾ ਹੀ ਹੁੰਦਾ ਹੈ। ਮੈਂ ਇਹਨਾਂ ਕੰਮਾਂ ਵਿੱਚ ਮਾਹਰ ਸੀ ਕਿਉਂਕਿ ਮੈਂ ਇੱਕ ਘਰੇਲੂ ਔਰਤ ਸੀ ਅਤੇ ਜ਼ਿਆਦਾਤਰ ਕੰਮ ਇੱਕ ਘਰੇਲੂ ਔਰਤ ਦੁਆਰਾ ਹੀ ਕੀਤਾ ਜਾਂਦੇ ਹਨ। ਪਿੰਡ ਵਿੱਚ ਵੀ ਮੈਂ ਘਰ ਦਾ ਸਾਰਾ ਕੰਮ ਇਕੱਲੀ ਹੀ ਕਰਦੀ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਪਹਿਲਾਂ ਕੁਝ ਦਿਨ ਮੈਂ ਇਸ ਘਰ ਵਿੱਚ ਇਕੱਲੀ ਰਹਾਂਗੀ ਅਤੇ ਫਿਰ ਕੁਝ ਦਿਨਾਂ ਬਾਅਦ ਆਪਣੀ ਧੀ ਅਤੇ ਨਨਾਣ ਨੂੰ ਵੀ ਇੱਥੇ ਹੀ ਬੁਲਾ ਲਵਾਂਗੀ ਤਾਂ ਕਿ ਕਿਰਾਏ ਦੀ ਪਰੇਸ਼ਾਨੀ ਤੋਂ ਵੀ ਬਚਿਆ ਜਾ ਸਕੇ। ਮੈਂ ਆਪਣੇ ਕੁਝ ਕੱਪੜੇ ਅਤੇ ਸਮਾਨ ਲੈ ਕੇ ਉਸ ਆਦਮੀ ਦੇ ਘਰ ਚਲੀ ਗਈ। ਉਸਨੇ ਮੈਨੂੰ ਰਹਿਣ ਲਈ ਨੌਕਰ ਵਾਲਾ ਕੁਆਟਰ ਦਿੱਤਾ। ਮੈਂ ਆਪਣੀ ਨਨਾਣ ਨੂੰ ਦੱਸ ਕੇ ਆਈ ਸੀ ਕਿ ਮੈਨੂੰ ਇੱਕ ਵੱਡੇ ਘਰ ਵਿੱਚ ਨੌਕਰਾਣੀ ਦੀ ਨੌਕਰੀ ਮਿਲੀ ਹੈ। ਹੁਣ ਮੈਂ ਕੁਝ ਦਿਨ ਉੱਥੇ ਰਹਿ ਕੇ ਕੁਝ ਕੰਮ ਕਰਾਂਗੀ ਤੇ ਕੁਝ ਪੈਸੇ ਕਮਾ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਅਤੇ ਮੇਰੀ ਬੇਟੀ ਨੂੰ ਹੀ ਬੁਲਾ ਲਵਾਂਗੀ। ਮੇਰੀ ਨਨਾਣ ਇਸ ਤੋਂ ਸੰਤੁਸ਼ਟ ਹੋ ਗਈ ਅਤੇ ਉਹ ਵੀ ਇੰਨੇ ਪੈਸਿਆਂ ਬਾਰੇ ਸੁਣ ਕੇ ਬਹੁਤ ਖੁਸ਼ ਹੋ ਗਈ ਕਿਉਂਕਿ ਹੁਣ ਸਾਨੂੰ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਸੀ। ਸਾਡੀ ਹਾਲਤ ਹੁਣ ਹੌਲੀ-ਹੌਲੀ ਠੀਕ ਹੋ ਰਹੀ ਸੀ। ਸਭ ਤੋਂ ਪਹਿਲਾਂ ਉਸ ਆਦਮੀ ਨੇ ਮੈਨੂੰ ਕੁਝ ਚੰਗੇ ਕੱਪੜੇ ਦਿੱਤੇ ਤੇ ਕਿਹਾ ਕਿ ਤੁਹਾਡੇ ਕੱਪੜੇ ਬਹੁਤ ਪੁਰਾਣੇ ਤੇ ਮੈਲੇ ਹੋ ਗਏ ਨੇ, ਹੁਣ ਤੁਸੀਂ ਉਹਨਾਂ ਨੂੰ ਸੁੱਟ ਦਿਓ ਤੇ ਮੇਰੇ ਦੁਆਰਾ ਦਿੱਤੇ ਹੋਏ ਕੱਪੜੇ ਪਹਿਨੋ। ਉਹ ਕੱਪੜੇ ਬਹੁਤ ਚੰਗੇ ਤੇ ਮਹਿੰਗੇ ਲੱਗਦੇ ਸਨ। ਮੈਂ ਮਾਲਕ ਦੀ ਦਿਆਲਤਾ ਲਈ ਦਿਲੋਂ ਧੰਨਵਾਦ ਕੀਤਾ। ਮੈਂ ਮੁਸਕਰਾਉਂਦੇ ਹੋਏ ਕਿਹਾ, ਬਾਬੂ ਜੀ, ਮੈਂ ਤੁਹਾਡੀ ਪਤਨੀ ਨੂੰ ਵੀ ਮਿਲਣਾ ਚਾਹੁੰਦੀ ਹਾਂ ਤਾਂ ਜੋ ਮੈਂ ਮਾਲਕਨ ਨੂੰ ਮਿਲ ਕੇ ਪ੍ਰਣਾਮ ਕਰ ਸਕਾਂ। ਮੇਰੀ ਗੱਲ ਸੁਣ ਕੇ ਮਾਲਕ ਮੁਸਕਰਾ ਕੇ ਬੋਲਿਆ ਕਿ ਮੇਰੀ ਪਤਨੀ ਕਾਫੀ ਦੇਰ ਤੋਂ ਆਪਣੇ ਪੇਕੇ ਘਰ ਗਈ ਹੋਈ ਹੈ। ਉਸ ਦਾ ਪੇਕਾ ਘਰ ਮੁੰਬਈ ਵਿੱਚ ਹੈ ਤੇ ਉਹ 2-3 ਮਹੀਨਿਆਂ ਤੋਂ ਪਹਿਲਾਂ ਵਾਪਸ ਨਹੀਂ ਆਉਂਦੀ। ਮਾਲਕ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਚੁੱਪ ਹੋ ਗਈ, ਪਰ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਉਸ ਦੀ ਪਤਨੀ ਕਿਹੋ ਜਿਹੀ ਔਰਤ ਹੈ ਜੋ ਆਪਣੇ 4 ਸਾਲ ਦੇ ਬੇਟੇ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ। ਤੇ ਫਿਰ ਇਹ ਖਿਆਲ ਵੀ ਮੇਰੇ ਮਨ ਵਿੱਚ ਆਉਣ ਲੱਗਾ ਕਿ ਮਾਲਕ ਵੀ ਕਿਹੋ ਜਿਹਾ ਆਦਮੀ ਹੈ। ਰਾਤ ਨੂੰ ਮਾਲਕ ਕਹਿਣ ਲੱਗਾ ਕਿ ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰੋ। ਮੇਰੇ ਤੋਂ ਇਲਾਵਾ ਘਰ ਵਿੱਚ ਇੱਕ ਹੋਰ ਨੌਕਰਾਣੀ ਵੀ ਮੌਜੂਦ ਸੀ ਜਿਸ ਦਾ ਕੰਮ ਘਰ ਦੀ ਸਫਾਈ ਕਰਨਾ ਸੀ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਰਾਤ ਦੇ ਭਾਂਡੇ ਵੀ ਧੋਂਦੀ ਸੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਨੌਕਰਾਣੀ ਆਪਣੇ ਨੌਕਰ ਕੁਆਟਰ ਵਿੱਚ ਚਲੀ ਗਈ ਸੀ ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਮੈਂ ਵੀ ਆਪਣੇ ਕੁਆਟਰ ਵਿੱਚ ਆ ਕੇ ਆਰਾਮ ਕਰਨ ਲਈ ਲੇਟ ਗਈ। ਮੈਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੀ ਸੀ ਕਿ ਅਚਾਨਕ ਕਮਰੇ ਦਾ ਦਰਵਾਜ਼ਾ ਖੜਕਣ ਲੱਗਾ। ਜਦੋਂ ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮਾਲਕ ਆਪ ਕੌਫੀ ਦਾ ਕੱਪ ਲੈ ਕੇ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਅੱਜ ਬਹੁਤ ਠੰਡ ਪੈ ਰਹੀ ਆ। ਮੈਂ ਸੋਚਿਆ ਕਿ ਮੈਂ ਤੁਹਾਡੇ ਲਈ ਕੁਝ ਲੈ ਕੇ ਜਾਵਾਂ। ਮਾਲਕ ਬਹੁਤ ਚੰਗੀ ਤਰ੍ਹਾਂ ਤਿਆਰ ਹੋ ਕੇ ਆਇਆ ਸੀ ਤੇ ਉਹਨਾਂ ਨੇ ਇੱਕ ਨਾਈਟ ਸੂਟ ਪਾਇਆ ਹੋਇਆ ਸੀ। ਉਹਨਾਂ ਦੇ ਅੰਦਰੋਂ ਬਹੁਤ ਹੀ ਵਧੀਆ ਪਰਫਿਊਮ ਦੀ ਮਹਿਕ ਆ ਰਹੀ ਸੀ। ਉਹ ਬਹੁਤ ਸਮਾਰਟ ਲੱਗ ਰਹੇ ਸਨ। ਜਦੋਂ ਮਾਲਕਣ ਘਰ ਨਹੀਂ ਸੀ ਤਾਂ ਪਤਾ ਨਹੀਂ ਮਾਲਕ ਇੰਨੀ ਦੇਰ ਰਾਤ ਕਿਸ ਲਈ ਤਿਆਰ ਹੋਏ ਸਨ। ਮੈਂ ਇਸ ਸ਼ਹਿਰ ਦੇ ਲੋਕਾਂ ਦੀ ਗੱਲ ਸਮਝ ਨਹੀਂ ਸਕੀ। ਇੱਥੋਂ ਤੱਕ ਕਿ ਜਦੋਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਸਨ ਤਾਂ ਉਹ ਚੰਗੀ ਤਰ੍ਹਾਂ ਤਿਆਰ ਹੋ ਕੇ ਬਾਹਰ ਨਿਕਲਦੇ ਸਨ। ਮੈਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੁੰਦੀ ਸੀ। ਮੇਰੇ ਪਿੰਡ ਵਿੱਚ ਮਰਦ ਔਰਤਾਂ ਜ਼ਿਆਦਾਤਰ ਵਿਆਹ ਦੇ ਮੌਕੇ 'ਤੇ ਹੀ ਤਿਆਰ ਹੁੰਦੇ ਹਨ। ਮੈਂ ਮਾਲਕ ਦੇ ਹੱਥਾਂ ਵੱਲ ਧਿਆਨ ਨਾਲ ਵੇਖਿਆ। ਮੇਰਾ ਤਾਂ ਸ਼ਹਿਰ ਦੀ ਕੌਫੀ ਪੀਣ ਨੂੰ ਬਹੁਤ ਦਿਲ ਕਰਦਾ ਸੀ, ਨਹੀਂ ਤਾਂ ਮੈਂ ਹੁਣ ਤੱਕ ਪਿੰਡ ਦੀ ਚਾਹ ਹੀ ਪੀਤੀ ਸੀ। ਜਦੋਂ ਮੈਂ ਮਾਲਕ ਦੇ ਹੱਥੋਂ ਕੌਫੀ ਦਾ ਕੱਪ ਲੈ ਲਿਆ ਤਾਂ ਇੱਕ ਵਾਰ ਫਿਰ ਮਾਲਕ ਦੇ ਹੱਥ ਨੇ ਮੈਨੂੰ ਛੂਹਿਆ ਤੇ ਮੇਰੇ ਅੰਦਰ ਅਜੀਬ ਜਿਹੀਆਂ ਭਾਵਨਾਵਾਂ ਪੈਦਾ ਹੋ ਗਈਆਂ। ਰਾਤ ਦੇ ਇਸ ਸਮੇਂ ਇੱਕ ਅਜਨਬੀ ਆਦਮੀ ਦਾ ਮੇਰੇ ਇੰਨਾ ਨੇੜੇ ਹੋਣਾ ਮੇਰੇ ਅੰਦਰ ਹਲਚਲ ਪੈਦਾ ਕਰ ਗਿਆ। ਮੈਨੂੰ ਆਪਣੇ ਪਤੀ ਜੀਤ ਦੀ ਯਾਦ ਆਉਣ ਲੱਗੀ। ਮਾਲਕ ਕਮਰੇ ਦੇ ਅੰਦਰ ਆ ਗਿਆ ਸੀ ਤੇ ਮੇਰੇ ਮੰਜੇ 'ਤੇ ਮੇਰੇ ਬਿਲਕੁਲ ਨੇੜੇ ਬੈਠਾ ਸੀ ਤੇ ਮੈਂ ਇੱਕ ਮੁਟਿਆਰ ਜਵਾਨ ਸੀ ਤੇ ਆਪਣੇ ਪਤੀ ਤੋਂ ਬਿਨਾਂ 3 ਮਹੀਨਿਆਂ ਤੋਂ ਸ਼ਹਿਰ ਵਿੱਚ ਘੁੰਮ ਰਹੀ ਸੀ। ਮੇਰੇ ਵੀ ਕੁਝ ਜਜ਼ਬਾਤ ਸਨ।
ਮਾਲਕ ਬਹੁਤ ਹਸਮੁਖ ਤੇ ਦਿਆਲੂ ਸਨ। ਮੈਂ ਉਸ ਵੱਲੋਂ ਦਿੱਤੀ ਨੌਕਰੀ ਤੋਂ ਕਾਫੀ ਖੁਸ਼ ਸੀ। ਜੇਕਰ ਮੈਨੂੰ ਅਜਿਹੇ ਛੋਟੇ ਜਿਹੇ ਕੰਮ ਲਈ 40,000 ਰੁਪਏ ਮਿਲ ਰਹੇ ਸਨ ਤਾਂ ਇਹ ਮੇਰੀ ਚੰਗੀ ਕਿਸਮਤ ਸੀ। ਮੈਨੂੰ ਇੱਥੇ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਸੀ। ਦਿਨ ਇਵੇਂ ਹੀ ਲੰਘ ਰਹੇ ਸਨ। ਰਾਤ ਨੂੰ ਇੱਕ ਵਾਰ ਫਿਰ ਮਾਲਕ ਮੇਰੇ ਲਈ ਕੌਫੀ ਦਾ ਕੱਪ ਲੈ ਕੇ ਮੇਰੇ ਕਮਰੇ ਵਿੱਚ ਆਇਆ। ਮੈਂ ਹੈਰਾਨ ਸੀ ਕਿ ਕੋਈ ਮਾਲਕ ਨੌਕਰਾਣੀ ਤੇ ਇੰਨਾ ਮਿਹਰਬਾਨ ਕਿਵੇਂ ਹੋ ਸਕਦਾ ਹੈ। ਕੌਫੀ ਬਣਾ ਕੇ ਨੌਕਰਾਣੀ ਦੇ ਕੁਆਟਰ ਵਿੱਚ ਲਿਆਉਂਦਾ ਹੈ। ਕੌਫੀ ਦੇਣ ਤੋਂ ਬਾਅਦ ਮਾਲਕ ਕੁਝ ਦੇਰ ਮੇਰੇ ਨਾਲ ਗੱਲਾਂ ਕਰਦਾ ਹੈ ਤੇ ਜਿਸ ਬਾਅਦ ਉਹ ਚਲਾ ਜਾਂਦਾ ਹੈ। ਮੈਂ ਕੌਫੀ ਪੀਤੀ ਤੇ ਮੈਨੂੰ ਕੌਫੀ ਬਹੁਤ ਪਸੰਦ ਆਈ ਕਿਉਂਕਿ ਮੈਂ ਇਹ ਕੌਫੀ ਨਾਮ ਦੀ ਚੀਜ਼ ਸ਼ਹਿਰ ਆਉਣ ਤੋਂ ਬਾਅਦ ਹੀ ਪੀਤੀ ਸੀ। ਲੇਟਦਿਆਂ ਹੀ ਮੈਂ ਸੌਂ ਗਈ। ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰਾ ਸਰੀਰ ਬੁਰੀ ਤਰ੍ਹਾਂ ਦਰਦ ਕਰ ਰਿਹਾ ਸੀ। ਮੈਂ ਹੈਰਾਨ ਸੀ ਕਿਉਂਕਿ ਅੱਜ ਤੱਕ ਅਜਿਹਾ ਨਹੀਂ ਹੋਇਆ ਸੀ। ਰਾਤ ਨੂੰ ਵੀ ਮੈਂ ਇੱਕ ਪਾਸੇ ਹੀ ਸੌਂਦੀ ਸੀ, ਉਸੇ ਪਾਸੇ ਹੀ ਸਵੇਰੇ ਮੇਰੀ ਅੱਖ ਖੁੱਲ੍ਹਦੀ ਸੀ। ਤਾਂ ਫਿਰ ਚਾਦਰ ਕਿਵੇਂ ਖਿਲਰੀ ਪਈ ਅਤੇ ਮੇਰਾ ਸਰੀਰ ਵੀ ਗੰਦਾ ਗੰਦਾ ਲੱਗ ਰਿਹਾ ਸੀ। ਫਿਰ ਮੈਂ ਨਹਾਉਣ ਚਲੀ ਗਈ ਤੇ ਉਸ ਤੋਂ ਬਾਅਦ ਕੰਮ ਕਰਨ ਲੱਗ ਗਈ ਤੇ ਸਾਰਾ ਦਿਨ ਮੈਨੂੰ ਇੱਕ ਹੀ ਗੱਲ ਪਰੇਸ਼ਾਨ ਕਰਦੀ ਰਹੀ ਕਿ ਰਾਤ ਨੂੰ ਆਖਰ ਕੀ ਹੁੰਦਾ ਹੈ, ਮੈਨੂੰ ਇੰਨੀ ਨੀਂਦ ਕਿਵੇਂ ਆਉਂਦੀ ਹੈ ਤੇ ਰਾਤ ਨੂੰ ਸਾਰਾ ਕੁਝ ਇਸ ਤਰ੍ਹਾਂ ਇੱਧਰ ਉੱਧਰ ਕਿਵੇਂ ਹੋ ਜਾਂਦਾ ਹੈ। ਅੱਜ ਰਾਤ ਫਿਰ ਮਾਲਕ ਮੇਰੇ ਲਈ ਕੌਫੀ ਲੈ ਕੇ ਆਏ। ਕੱਲ੍ਹ ਰਾਤ ਮੈਨੂੰ ਲੱਗਿਆ ਜਿਵੇਂ ਕੌਫੀ ਪੀਣ ਤੋਂ ਬਾਅਦ ਮੈਨੂੰ ਨੀਂਦ ਆਉਣ ਲੱਗੀ ਸੀ। ਅੱਜ ਮੈਂ ਸੋਚਿਆ ਕਿ ਕੌਫੀ ਪੀਣ ਦੀ ਥਾਂ ਕੌਫੀ ਡੋਲ ਦਿੱਤੀ ਜਾਵੇ ਤੇ ਦੇਖਦੀ ਹਾਂ ਕਿ ਰਾਤ ਨੂੰ ਮੇਰੇ ਨਾਲ ਕੀ ਹੁੰਦਾ ਹੈ। ਉਹ ਕੌਫੀ ਨੂੰ ਮਾਲਕ ਦੀ ਨਜ਼ਰ ਤੋਂ ਛੁਪਾ ਕੇ ਮੈਂ ਆਪਣੀ ਸੀਟ ਦੇ ਹੇਠਾਂ ਰੱਖੇ ਡਸਟਬਿਨ ਵਿੱਚ ਡੋਲ ਦਿੱਤਾ ਤੇ ਅੱਖਾਂ ਬੰਦ ਕਰਕੇ ਲੇਟ ਗਈ। ਉਸ ਤੋਂ ਬਾਅਦ ਮਾਲਕ ਚਲੇ ਗਏ। ਮੈਨੂੰ ਲੇਟੇ ਹੋਏ ਬਹੁਤੀ ਦੇਰ ਨਹੀਂ ਹੋਈ ਸੀ ਕਿ ਮੈਨੂੰ ਕਮਰੇ ਵਿੱਚ ਦੁਬਾਰਾ ਕਿਸੇ ਦੀ ਮੌਜੂਦਗੀ ਮਹਿਸੂਸ ਹੋਈ। ਮੈਂ ਅੱਖਾਂ ਬੰਦ ਕਰਕੇ ਪਈ ਰਹੀ ਤੇ ਫਿਰ ਮੈਨੂੰ ਆਪਣੇ ਬਿਸਤਰੇ 'ਤੇ ਕਿਸੇ ਦੀ ਮੌਜੂਦਗੀ ਮਹਿਸੂਸ ਹੋਈ, ਜਿਵੇਂ ਕੋਈ ਆ ਕੇ ਮੇਰੇ ਕੋਲ ਲੇਟ ਗਿਆ ਹੋਵੇ। ਤੇ ਫਿਰ ਜਿਵੇਂ ਹੀ ਮੈਂ ਆਪਣੇ ਸਰੀਰ 'ਤੇ ਕਿਸੇ ਦਾ ਹੱਥ ਮਹਿਸੂਸ ਕੀਤਾ, ਮੇਰੀ ਜਾਨ ਹੀ ਨਿਕਲ ਗਈ ਕਿਉਂਕਿ ਇਹ ਪਰਫਿਊਮ ਦੀ ਮਹਿਕ ਮੈਨੂੰ ਦੱਸ ਰਹੀ ਸੀ ਕਿ ਇਹ ਕੋਈ ਹੋਰ ਨਹੀਂ ਬਲਕਿ ਉਹ ਮੇਰਾ ਮਾਲਕ ਹੈ। ਇਹ ਸੋਚਦਿਆਂ ਹੀ ਮੈਂ ਆਪਣੇ ਹੋਸ਼ ਗਵਾ ਬੈਠੀ ਕਿ ਅੱਧੀ ਰਾਤ ਨੂੰ ਮੇਰਾ ਮਾਲਕ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਸੀ। ਜੋ ਕੁਝ ਵੀ ਮਾਲਕ ਨੇ ਹੌਲੀ ਹੌਲੀ ਮੇਰੇ ਨਾਲ ਕੀਤਾ, ਉਸ ਤੋਂ ਬਾਅਦ ਮੇਰੇ ਲਈ ਅੱਖਾਂ ਬੰਦ ਕਰਨਾ ਔਖਾ ਹੋ ਗਿਆ। ਅੱਜ ਪਹਿਲੀ ਵਾਰ ਮੈਨੂੰ ਹੋਸ਼ ਆਇਆ ਤੇ ਮੈਨੂੰ ਪਤਾ ਲੱਗਾ ਕਿ ਹਰ ਰਾਤ ਮੇਰੇ ਨਾਲ ਕੀ ਹੋ ਰਿਹਾ ਸੀ। ਮੈਂ ਅੱਖਾਂ ਖੋਲ੍ਹੀਆਂ। ਮੈਨੂੰ ਜਾਗਦਾ ਦੇਖ ਕੇ ਮਾਲਕ ਤੁਰੰਤ ਪਰੇਸ਼ਾਨ ਹੋ ਗਿਆ ਤੇ ਮੈਨੂੰ ਕਿਹਾ, ਨੀਲੂ, ਅੱਜ ਤੈਨੂੰ ਨੀਂਦ ਨਹੀਂ ਆਈ? ਮੈਂ ਘਬਰਾ ਗਈ ਤੇ ਮਾਲਕ ਨੂੰ ਪੁੱਛਿਆ, ਤੁਸੀਂ ਇਹ ਸਭ ਕੀ ਕਰ ਰਹੇ ਹੋ? ਮਾਲਕ ਨੇ ਜੋ ਕਿਹਾ ਉਸ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਭੜਕ ਗਈ। ਮਾਲਕ ਕਹਿਣ ਲੱਗਾ ਕਿ ਮੇਰੀ ਘਰਵਾਲੀ ਬੁੱਢੀ ਹੈ ਤੇ ਉਸ ਦੀ ਉਮਰ 60 ਸਾਲ ਹੈ। ਉਹ ਮੇਰੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੇ ਸਮਰੱਥ ਨਹੀਂ ਹੈ। ਇਸੇ ਲਈ ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਮੈਨੂੰ ਲੱਗਾ ਕਿ ਤੁਸੀਂ ਅਜਿਹੀ ਔਰਤ ਹੋ ਜੋ ਮੇਰੀ ਅਧੂਰੀ ਇੱਛਾ ਪੂਰੀ ਕਰ ਸਕਦੀ ਹੈ। ਇਸੇ ਲਈ ਮੈਂ ਤੁਹਾਨੂੰ ਇੰਨੀ ਜ਼ਿਆਦਾ ਤਨਖਾਹ 'ਤੇ ਆਪਣੇ ਘਰ ਰੱਖਿਆ ਹੈ। ਉਸਨੇ ਦੱਸਿਆ ਕਿ ਮੇਰੀ ਪਤਨੀ ਇੱਕ ਵਿਆਹੁਤਾ ਔਰਤ ਸੀ ਤੇ ਮੈਂ ਕੁਆਰਾ ਸੀ। ਮੇਰੀ ਪਤਨੀ ਉਹ ਔਰਤ ਸੀ ਜਿਸ ਦੇ ਪਤੀ ਨੇ ਉਸਨੂੰ ਵਿਆਹ ਦੇ 25 ਸਾਲ ਬਾਅਦ ਵੀ ਬੱਚਾ ਨਾ ਹੋਣ 'ਤੇ ਘਰੋਂ ਕੱਢ ਦਿੱਤਾ ਸੀ ਤੇ ਉਸਨੂੰ ਤਲਾਕ ਦੇ ਦਿੱਤਾ। ਉਸ ਦਾ ਕੋਈ ਸਹਾਰਾ ਨਹੀਂ ਸੀ। ਉਹ ਬੇਸਹਾਰਾ ਔਰਤ ਸੜਕਾਂ 'ਤੇ ਇਕੱਲੀ ਘੁੰਮ ਰਹੀ ਸੀ। ਇਸ ਲਈ ਮੈਂ ਉਸ ਨੂੰ ਸਹਾਰਾ ਦੇ ਕੇ ਆਪਣੇ ਘਰ ਰੱਖਿਆ ਤੇ ਕਈ ਤਰ੍ਹਾਂ ਦੇ ਬਹਾਨੇ ਉਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਸ ਔਰਤ ਨੂੰ ਵਿਆਹ ਬਾਰੇ ਕਿਹਾ ਤਾਂ ਉਹ ਝੱਟ ਮੰਨ ਗਈ। ਉਸ ਲਈ ਇਹ ਕਾਫੀ ਸੀ ਕਿ ਇੱਕ ਨੌਜਵਾਨ ਤੇ ਸੁੰਦਰ ਮੁੰਡਾ ਖੁਦ ਉਸ ਨੂੰ ਆਪਣੇ ਵਿਆਹ ਕਰਨ ਲਈ ਕਹਿ ਰਿਹਾ ਸੀ। ਮੈਂ ਸੋਚ ਕੇ ਆਪਣੀ ਬੁੱਢੀ ਪਤਨੀ ਨਾਲ ਵਿਆਹ ਕੀਤਾ ਕਿ ਇਸ ਤਰ੍ਹਾਂ ਘੱਟੋ ਘੱਟ ਇੱਕ ਬੇਸਹਾਰਾ ਔਰਤ ਨੂੰ ਸਹਾਰਾ ਮਿਲ ਜਾਵੇਗਾ ਅਤੇ ਉਹ ਦੁਨੀਆ ਦੀਆਂ ਬੁਰੀਆਂ ਨਜ਼ਰਾਂ ਤੋਂ ਬਚ ਜਾਵੇਗੀ। ਪਰ ਮੈਂ ਉਸ ਔਰਤ ਨੂੰ ਨਹੀਂ ਜਾਣਦਾ ਸੀ ਜਿਸ ਨਾਲ ਮੈਂ ਵਿਆਹ ਕਰ ਰਿਹਾ ਸੀ। ਉਸ ਦੀ ਉਮਰ ਨੇ ਹੀ ਉਸ ਨੂੰ ਤਬਾਹ ਕਰ ਦਿੱਤਾ ਹੈ। ਉਹ ਮੇਰੀ ਜਵਾਨੀ ਨੂੰ ਸੰਭਾਲਣ ਦੇ ਸਮਰੱਥ ਨਹੀਂ ਸੀ। ਮੈਂ ਉਸ ਨੂੰ ਮੇਰੀ ਇੱਛਾ ਪੂਰੀ ਕਰਨ ਲਈ ਕਹਿੰਦਾ ਤਾਂ ਉਹ ਤੰਗ ਆ ਕੇ ਉਸੇ ਸ਼ਹਿਰ ਵਿੱਚ ਆਪਣੇ ਪਰਿਵਾਰ ਕੋਲ ਵਾਪਸ ਚਲੀ ਗਈ ਜਿਸ ਤੋਂ ਉਹ ਆਈ ਸੀ। ਮੈਂ ਕਿਹਾ, ਪਰ ਤੁਹਾਡਾ ਇੱਕ ਬੱਚਾ ਵੀ ਹੈ ਤਾਂ? ਉਸ ਨੇ ਦੱਸਿਆ ਕਿ ਇਹ ਬੱਚਾ ਮੇਰਾ ਨਹੀਂ ਸਗੋਂ ਮੇਰੇ ਭਰਾ ਦਾ ਲੜਕਾ ਹੈ। ਮੇਰੇ ਭਰਾ ਤੇ ਭਾਬੀ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਇਹ ਬੱਚਾ ਉਸ ਸਮੇਂ 1 ਸਾਲ ਦਾ ਸੀ ਤੇ ਜਦੋਂ ਉਹ ਵੱਡਾ ਹੋਇਆ ਤਾਂ ਮੈਨੂੰ ਪਾਪਾ ਪਾਪਾ ਕਹਿਣ ਲੱਗ ਪਿਆ। ਮੈਂ ਸੋਚਿਆ ਕਿ ਜੇ ਉਹ ਮੈਨੂੰ ਪਾਪਾ ਆਖਦਾ ਹੈ ਤਾਂ ਉਹ ਮੇਰੀ ਪਤਨੀ ਨੂੰ ਮੰਮੀ ਸਮਝੇਗਾ। ਮੈਨੂੰ ਪਤਾ ਸੀ ਕਿ ਮੇਰੀ ਬੁੱਢੀ ਪਤਨੀ ਦੇ
ਪਹਿਲੇ ਪਤੀ ਤੋਂ ਵੀ ਕੋਈ ਔਲਾਦ ਨਹੀਂ ਸੀ, ਇਸ ਲਈ ਹੁਣ ਵੀ ਉਸਦੇ ਕੋਈ ਬੱਚਾ ਨਹੀਂ ਹੋਵੇਗਾ ਅਤੇ ਇਸ ਬੱਚੇ ਨੂੰ ਆਪਣੇ ਮਾਤਾ ਪਿਤਾ ਨੂੰ ਮਿਲ ਜਾਣਗੇ। ਇਹ ਮੇਰਾ ਪੁੱਤਰ ਨਹੀਂ ਹੈ, ਇਹ ਮੇਰੇ ਭਰਾ ਅਤੇ ਭਰਜਾਈ ਦਾ ਪੁੱਤਰ ਹੈ। ਮੈਂ ਉਸ ਨੂੰ ਆਪਣਾ ਬੱਚਾ ਸਮਝ ਕੇ ਪਾਲਿਆ ਹੈ। ਇਹ ਪਾਲ ਮੇਰੇ ਲਈ ਬਹੁਤ ਦੁਖਦਾਈ ਸਾਬਤ ਹੋਏ। ਮੇਰੀ ਬੁੱਢੀ ਪਤਨੀ ਕੋਲ ਹੁਣ ਪੈਸੇ ਦੀ ਕੋਈ ਕਮੀ ਨਹੀਂ ਆ, ਕਿਉਂਕਿ ਉਹ ਮੇਰੇ ਕੋਲੋਂ ਬਹੁਤ ਸਾਰੇ ਪੈਸੇ ਆਪਣੇ ਨਾਲ ਲੈ ਕੇ ਗਈ ਆ। ਹੁਣ ਜਦੋਂ ਉਹ ਆਪਣੇ ਮਾਪਿਆਂ ਦੇ ਘਰ ਚਲੀ ਗਈ ਆ, ਉਹ ਹੁਣ ਬੇਸਹਾਰਾ ਵੀ ਨਹੀਂ ਆ। ਮੈਨੂੰ ਸਹੀ ਅਤੇ ਗਲਤ ਵਿੱਚ ਫਰਕ ਪਤਾ ਸੀ, ਇਸ ਲਈ ਮੈਂ ਮਾਲਕ ਨੂੰ ਕਿਹਾ ਕਿ ਇਹ ਠੀਕ ਨਹੀਂ ਆ। ਮਾਲਕ ਕਹਿਣ ਲੱਗਾ, ਜੇ ਤੁਸੀਂ ਮੇਰੀ ਗੱਲ ਨਾ ਸੁਣੀ ਤਾਂ ਮੈਂ ਤੇਰੀਆਂ ਸਾਰੀਆਂ ਵੀਡੀਓ ਨੈੱਟ 'ਤੇ ਪਾ ਦਿਆਂਗਾ ਜੋ ਮੇਰੇ ਕੋਲ ਹਨ। ਇਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਮੈਂ ਬਿਨਾਂ ਸੋਚੇ ਸਮਝੇ ਉਸ ਨੂੰ ਹਾਂ ਕਹਿ ਦਿੱਤੀ। ਹੁਣ ਮਾਲਕ ਹਰ ਰੋਜ਼ ਰਾਤ ਨੂੰ ਮੇਰੇ ਕਮਰੇ ਵਿੱਚ ਆਉਂਦਾ ਤੇ ਮੇਰੇ ਨਾਲ ਇਸ ਤਰ੍ਹਾਂ ਉਹ ਹਰ ਰੋਜ਼ ਮੇਰੀ ਇੱਜ਼ਤ ਨਾਲ ਖੇਡਦਾ। ਮੇਰੀ ਹਿੰਮਤ ਤਾਂ 3-4 ਦਿਨਾਂ ਵਿੱਚ ਹੀ ਜਵਾਬ ਦੇਣ ਲੱਗੀ ਤੇ ਮੈਂ ਆਪਣੇ ਪੈਰਾਂ 'ਤੇ ਖੜੇ ਰਹਿਣ ਦੇ ਕਾਬਿਲ ਵੀ ਨਾ ਰਹੀ। ਹੌਲੀ ਹੌਲੀ ਮੈਨੂੰ ਅੰਦਾਜ਼ਾ ਆਉਣ ਲੱਗਾ ਕਿ ਉਹ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹਨ ਤੇ ਉਹਨਾਂ ਦੀ ਅਸਲ ਵਿੱਚ ਕੁਝ ਹੋਰ ਹੈ। ਸ਼ਾਇਦ ਇਸੇ ਲਈ ਉਸ ਦੀ ਪਤਨੀ ਨੇ ਉਸ ਤੋਂ ਤੰਗ ਆ ਕੇ ਉਸ ਨੂੰ ਛੱਡ ਦਿੱਤਾ ਹੈ ਤੇ ਉਹ ਮੇਰੇ ਨਾਲ ਝੂਠ ਬੋਲ ਰਿਹਾ ਹੈ। ਮੇਰੇ ਲਈ ਵੀ ਹੁਣ ਉਸ ਨਾਲ ਰਹਿਣਾ ਸੰਭਵ ਹੋ ਗਿਆ ਸੀ। ਮੈਂ ਮਾਲਕ ਨੂੰ ਕਿਹਾ ਕਿ ਮੈਂ ਆਪਣੀ ਨਣਦ ਅਤੇ ਧੀ ਕੋਲ ਵਾਪਸ ਜਾਣਾ ਚਾਹੁੰਦੀ ਹਾਂ। ਮੈਂ ਕੁਝ ਦਿਨਾਂ ਬਾਅਦ ਵਾਪਸ ਆਵਾਂਗੀ। ਪਰ ਉਹ ਮੇਰੇ ਪੈਰਾਂ 'ਤੇ ਡਿੱਗ ਪਿਆ ਤੇ ਕਿਹਾ ਕਿ ਜੇ ਤੁਸੀਂ ਮੈਨੂੰ ਛੱਡ ਦਿੱਤਾ ਤਾਂ ਮੈਂ ਬਚ ਨਹੀਂ ਸਕਦਾ। ਦੇਖੋ, ਮੈਂ ਤੁਹਾਡੇ ਤੋਂ ਕੁਝ ਵੀ ਨਹੀਂ ਲੁਕਾਇਆ, ਤੁਹਾਨੂੰ ਸਭ ਕੁਝ ਦੱਸ ਦਿੱਤਾ। ਹੁਣ ਇਸ ਦੇ ਬਾਵਜੂਦ ਤੁਸੀਂ ਮੈਨੂੰ ਛੱਡਣਾ ਚਾਹੁੰਦੇ ਹੋ। ਮਾਲਕ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ ਸੀ। ਗੁਜ਼ਰਦੇ ਦਿਨ ਦੇ ਨਾਲ ਮੇਰੀ ਨੌਕਰੀ ਕਿਸੇ ਨਾ ਕਿਸੇ ਸਮੱਸਿਆ ਵਾਂਗ ਜਾਪਦੀ ਸੀ ਤੇ ਇੱਕ ਰਾਤ ਜਦੋਂ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਬਾਅਦ ਵਿੱਚ ਮੈਂ ਆਪਣੇ ਕਮਰੇ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ ਤੇ ਆਪਣੇ ਘਰੋਂ ਭੱਜ ਗਈ। ਮੇਰੇ ਲਈ ਆਪਣੇ ਆਪ ਨੂੰ ਬਚਾਉਣ ਦਾ ਇਹੀ ਆਸਾਨ ਤਰੀਕਾ ਸੀ, ਨਹੀਂ ਤਾਂ ਉਹ ਸ਼ਾਇਦ ਮੇਰੇ ਵਿੱਚ ਕੁਝ ਵੀ ਨਾ ਛੱਡਦਾ ਤੇ ਜੇਕਰ ਉਸ ਦਾ ਬੱਚਾ ਮੇਰੀ ਕੁੱਖ ਵਿੱਚ ਹੀ ਰਹਿ ਜਾਂਦਾ ਤਾਂ ਮੈਂ ਆਪਣੇ ਪਤੀ ਅਤੇ ਬਾਕੀ ਸਾਰਿਆਂ ਨੂੰ ਕੀ ਜਵਾਬ ਦਿੰਦੀ। ਹਨੇਰੀ ਰਾਤ ਨੂੰ ਮੈਂ ਚੁੱਪਚਾਪ ਆਪਣੀ ਨਣਦ ਅਤੇ ਧੀ ਕੋਲ ਆ ਗਈ। ਜਦੋਂ ਮੇਰੀ ਨਨਾਣ ਨੇ ਮੈਨੂੰ ਇੰਨੀ ਦੇਰ ਰਾਤ ਵਾਪਸ ਆਉਣ ਦਾ ਕਾਰਨ ਪੁੱਛਿਆ ਤਾਂ ਮੈਂ ਉਸ ਨੂੰ ਕੋਈ ਨਾ ਕੋਈ ਬਹਾਨਾ ਮਾਰ ਕੇ ਸ਼ਾਂਤ ਕੀਤਾ, ਕਿਉਂਕਿ ਮੇਰੀ ਨਣਦ ਬਹੁਤ ਸਧਾਰਨ ਔਰਤ ਸੀ। ਉਸ ਨੂੰ ਮੂਰਖ ਬਣਾਉਣਾ ਬਹੁਤ ਆਸਾਨ ਸੀ। ਮੈਂ ਆਪਣੀ ਨਨਾਣ ਨੂੰ ਕਿਹਾ ਕਿ ਅਸੀਂ ਸਵੇਰੇ ਪਿੰਡ ਜਾ ਰਹੇ ਹਾਂ। ਉਹ ਵੀ ਮੈਨੂੰ ਪੁੱਛ ਰਹੀ ਸੀ ਕਿ ਕੀ ਕਾਰਨ ਹੈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਹਾਡੇ ਭਰਾ ਦੀ ਯਾਦ ਆ ਰਹੀ ਹੈ ਤੇ ਨਾ ਹੀ ਮੇਰੇ ਕੋਲ ਕੋਈ ਕੰਮ ਹੈ। ਮੈਂ ਬਿਲਕੁਲ ਖਾਲੀ ਹੱਥ ਸੀ। ਮੇਰੇ ਲਾਲਚ ਨੇ ਮੈਨੂੰ ਪੂਰੀ ਤਰ੍ਹਾਂ ਡੁਬੋ ਦਿੱਤਾ ਸੀ। ਜੋ ਪੈਸੇ ਮੈਂ ਮਾਲਕ ਤੋਂ ਪ੍ਰਾਪਤ ਕੀਤੇ ਸਨ, ਉਹਨਾਂ ਵਿੱਚੋਂ ਕੁਝ ਪੈਸੇ ਮੈਂ ਆਪਣੇ ਪਤੀ ਨੂੰ ਭੇਜ ਦਿੱਤੇ ਤੇ ਬਾਕੀ ਦਾ ਕਿਰਾਇਆ ਦੇਣ ਲਈ ਵਰਤ ਲਏ ਤੇ ਕੁਝ ਪੈਸੇ ਨਨਾਣ ਅਤੇ ਆਪਣੀ ਧੀ ਲਈ ਖਾਣਾ ਖਰੀਦਣ ਲਈ ਵਰਤ ਲਏ। ਮੇਰੇ ਕੋਲ ਘਰ ਵਾਪਸ ਜਾਣ ਲਈ ਥੋੜ੍ਹੇ ਜਿਹੇ ਪੈਸੇ ਬਚੇ ਸਨ ਅਤੇ ਅਗਲੀ ਸਵੇਰ ਅਸੀਂ ਪਿੰਡ ਲਈ ਰਵਾਨਾ ਹੋ ਗਏ। ਜਦੋਂ ਮੈਂ ਘਰ ਆਈ ਤਾਂ ਮੇਰੇ ਪਤੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਸਭ ਨੂੰ ਬਹੁਤ ਯਾਦ ਕਰ ਰਿਹਾ ਸੀ। ਤੁਹਾਡੇ ਤੋਂ ਦੂਰ ਰਹਿਣ ਤੋਂ ਬਾਅਦ ਮੈਨੂੰ ਆਪਣੇ ਪਰਿਵਾਰ ਦੀ ਅਹਿਮੀਅਤ ਦਾ ਅਹਿਸਾਸ ਹੋਇਆ। ਮੈਂ ਫਿਰ ਕਦੇ ਸ਼ਰਾਬ ਨਹੀਂ ਪੀਵਾਂਗਾ। ਮੇਰੀ ਬੇਟੀ ਵੀ ਆਪਣੇ ਪਿਤਾ ਨੂੰ ਦੇਖ ਕੇ ਬਹੁਤ ਖੁਸ਼ ਹੋ ਗਈ। ਮੇਰਾ ਪਤੀ ਮੈਨੂੰ ਸੱਚਾ ਪਿਆਰ ਕਰਦਾ ਸੀ। ਮੇਰੇ ਪਤੀ ਨੇ ਦੱਸਿਆ ਕਿ ਉਸਨੇ ਮੇਰੇ ਵੱਲੋਂ ਭੇਜੇ ਪੈਸੇ ਨਾਲ ਇੱਕ ਰੇਹੜੀ ਖਰੀਦੀ ਹੈ ਜਿਸ 'ਤੇ ਉਹ ਚਾਹ ਵੇਚੇਗਾ ਤੇ ਇਸ ਰਾਹੀਂ ਅਸੀਂ ਆਸਾਨੀ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਮੇਰੇ ਪਤੀ ਨੇ ਕਿਹਾ ਕਿ ਮੈਂ ਹੌਲੀ-ਹੌਲੀ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੁਣ ਮੈਨੂੰ ਆਪਣੀ ਪੁਰਾਣੀ ਜ਼ਿੰਦਗੀ ਤਾਂ ਵਾਪਸ ਮਿਲ ਗਈ ਸੀ, ਪਰ ਮੇਰੇ ਵਰਗੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਸ਼ਹਿਰੀ ਮਰਦਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਤੇ ਕਦੇ ਉਹਨਾਂ ਨੂੰ ਮੁੜਨ ਦਾ ਮੌਕਾ ਨਹੀਂ ਮਿਲਦਾ। ਕੁਝ ਪੈਸਿਆਂ ਦੀ ਖਾਤਰ ਮੈਂ ਆਪਣੇ ਪਤੀ ਦੀ ਅਹਿਮੀਅਤ ਨੂੰ ਵੀ ਨਹੀਂ ਸਮਝਿਆ। ਮੈਂ ਔਰਤ ਬਣ ਕੇ ਪੈਸਾ ਕਮਾਉਣਾ ਚਾਹੁੰਦੀ ਸੀ, ਪਰ ਇਹ ਇੰਨਾ ਆਸਾਨ ਨਹੀਂ ਹੈ। ਮੈਂ ਸਮਝ ਗਈ ਸੀ ਕਿ ਜਦੋਂ ਕੋਈ ਵਿਅਕਤੀ ਪੈਸਾ ਕਮਾਉਣ ਜਾਂਦਾ ਹੈ ਤਾਂ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਅਜਿਹਾ ਕਰਨ ਲਈ ਬਹੁਤ ਵੱਡੀ ਸਜ਼ਾ ਮਿਲੀ। ਇਹਨਾਂ 15 ਦਿਨਾਂ ਵਿੱਚ ਹਰ ਰਾਤ ਮਾਲਕ ਨੇ ਮੈਨੂੰ ਬਹੁਤ ਜ਼ਿਆਦਾ ਦਰਦ ਦਿੱਤਾ ਸੀ। ਮੈਂ ਉਸ ਨੂੰ ਸਧਾਰਨ ਸ਼ਬਦਾਂ ਵਿੱਚ ਨਹੀਂ ਦੱਸ ਸਕਦੀ ਸੀ। ਮੈਂ ਇਹ ਗੱਲ ਕਿਸੇ ਨੂੰ ਵੀ ਨਾ ਦੱਸੀ। ਹੁਣ ਮੈਂ ਆਪਣੇ ਪਤੀ ਨਾਲ ਖੁਸ਼ੀ-ਖੁਸ਼ੀ ਰਹਿ ਰਹੀ ਹਾਂ
ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।